ਪਿਛਲੇ ਦਿਨੀਂ ਰੋਪੜ ਦੇ ਇੱਕ ਵਕੀਲ ਵੱਲੋਂ ਆਪਣੀ ਰਿਟਾਇਰਡ ਪ੍ਰਿੰਸੀਪਲ ਮਾਂ ਨੂੰ ਕੁੱਟਣ ਦਾ ਮਾਮਲਾ ਭਖਿਆ ਰਿਹਾ। ਯਕੀਨਨ ਇਹ ਇੱਕ ਕੋਝੀ ਸਮਾਜਿਕ ਘਟਨਾ ਸੀ। ਸਮਾਜ ਦੇ ਵਿਗੜਦੇ ਜਾ ਰਹੇ ਚਿਹਰੇ ਦੇ ਸਾਖਿਅਤ ਦਰਸ਼ਨ ਸਨ। ਅੱਜ ਦੇ ਪਰਿਪੇਖ ਵਿੱਚ ਇਹ ਤਕਰੀਬਨ ਸਾਰੇ ਹੀ ਚੰਗੇ ਸੈਟਲਡ ਪਰਿਵਾਰਾਂ ਦੀ ਆਰਾਮ ਕਹਾਣੀ ਹੈ, ਜਿੱਥੇ ਸਾਡੀ ਜਾਂ ਸਾਡੇ ਤੋਂ ਪਹਿਲੀ ਪੀੜ੍ਹੀ ਨੇ ਕਰੜੀਆਂ ਮਿਹਨਤਾਂ ਕਰਕੇ ਆਪਣੀ ਜ਼ਿੰਦਗੀ ਦੇ ਸੁਪਨਿਆਂ ਨੂੰ ਰੋਲ ਕੇ ਕਿਰਸਾਂ ਕਰ ਕਰਕੇ ਚੰਗੀਆਂ ਚੋਖੀਆਂ ਜਾਇਦਾਦਾਂ ਬਣਾ ਲਈਆਂ। ਹੁਣ ਜਿਸ ਘਰ ਵਿੱਚ ਤਾਂ ਰੱਬ ਨੇ ਇੱਕ ਤੋਂ ਵੱਧ ਪੁੱਤਰਾਂ ਦੀ ਦਾਤ ਦੇ ਦਿੱਤੀ ਹੈ, ਉੱਥੇ ਤਾਂ ਇਹ ਗੱਲ ਪ੍ਰਤੱਖ ਹੁੰਦੀ ਹੈ ਕਿ ਜਾਇਦਾਦ ਦਾ ਬਟਵਾਰਾ ਪੁੱਤਰਾਂ ਵਿਚਕਾਰ ਹੀ ਕੀਤਾ ਜਾਵੇਗਾ। ਜੇ ਕੋਈ ਧੀ ਹੈ ਵੀ ਤਾਂ ਬਹੁਤ ਹੀ ਘੱਟ ਚਾਂਸ ਹੋਵੇਗਾ ਕਿ ਧੀਆਂ ਨੂੰ ਵੀ ਕੋਈ ਵਾਜਬ ਹਿੱਸਾ ਦਿੱਤਾ ਜਾਂਦਾ ਹੋਵੇ। ਆਮ ਤੌਰ 'ਤੇ ਧੀਆਂ ਆਪ ਹੀ ਆਪਣੇ ਮਾਂ ਪਿਓ ਜਾਇਆਂ ਦੀ ਜਾਇਦਾਦ ਦਾ ਹਿੱਸਾ ਨਹੀਂ ਬਣਦੀਆਂ, ਭਾਵੇਂ ਕਿ ਸਰਕਾਰ ਨੇ ਧੀਆਂ ਨੂੰ ਇਹ ਹੱਕ ਦਿੱਤਾ ਹੋਇਆ ਹੈ ਮਾਪਿਆਂ ਦੀ ਜਾਇਦਾਦ ਵਿੱਚੋਂ ਹੱਕ ਲੈਣ ਦਾ, ਪਰ ਉਹ ਆਪਣੇ ਮਾਪਿਆਂ ਦਾ ਬੂਹਾ ਆਪਣੇ ਵਾਸਤੇ ਸਾਰੀ ਉਮਰ ਖੁੱਲ੍ਹਾ ਰੱਖਣਾ ਚਾਹੁੰਦੀਆਂ ਹਨ ਅਤੇ ਸਹਿਜੇ ਹੀ ਜਾਇਦਾਦ ਵਿੱਚੋਂ ਹਿੱਸਾ ਨਾ ਲੈਣ ਦੀ ਦਸਤਖਤ ਕਰ ਦਿੰਦੀਆਂ ਹਨ। ਕੁਝ ਕੁ ਹੀ ਬੇਟੀਆਂ ਆਪਣੇ ਹੱਕਾਂ ਵਾਸਤੇ ਡਟ ਜਾਂਦੀਆਂ ਹਨ ਅਤੇ ਮਾਪਿਆਂ ਦੇ ਹੁੰਦਿਆਂ ਹੀ ਜਾਂ ਉਹਨਾਂ ਦੀ ਮੌਤ ਤੋਂ ਬਾਅਦ ਮਾਪਿਆਂ ਦੇ ਖੂਨ ਪਸੀਨੇ ਦੀ ਕਮਾਈ ਦੀਆਂ ਜਾਇਦਾਦਾਂ ਅਤੇ ਰੁਪਇਆ ਪੈਸਾ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਭੈਣ ਭਰਾਵਾਂ ਦੇ ਆਪਸੀ ਕਲੇਸ਼ਾਂ ਦਾ ਕਾਰਨ ਬਣ ਕੇ ਰਹਿ ਜਾਂਦਾ ਹੈ। ਇਹੋ ਜਿਹੀਆਂ ਘਟਨਾਵਾਂ ਵਾਪਰਨ ਵਿੱਚ ਜਿੱਥੇ ਸਾਨੂੰ ਅੱਜ ਦੇ ਬੱਚਿਆਂ ਦੀ ਖੁਦਗਰਜ਼ੀ ਨਜ਼ਰ ਆਉਂਦੀ ਹੈ, ਉੱਥੇ ਹੀ ਬਹੁਤ ਸਾਰਾ ਕਸੂਰ ਜਾਂ ਗਲਤੀ ਮਾਪਿਆਂ ਦੀ ਵੀ ਹੁੰਦੀ ਹੈ। ਸਭ ਤੋਂ ਪਹਿਲੀ ਗਲਤੀ ਮਾਪਿਆਂ ਦੁਆਰਾ ਆਪਣੇ ਬੱਚਿਆਂ ਵਿੱਚ ਚੰਗੇ ਸੰਸਕਾਰ ਭਰਨ ਦੀ ਕਮੀ ਹੈ। ਫਿਰ ਇਹ ਸੰਸਕਾਰ ਭਾਵੇਂ ਪੁੱਤਰਾਂ ਨੂੰ ਦਿੱਤੇ ਜਾਣ ਅਤੇ ਭਾਵੇਂ ਧੀਆਂ ਨੂੰ, ਜਿਹੜੀਆਂ ਕਿ ਅੱਗੇ ਜਾ ਕੇ ਸਹੁਰੇ ਘਰ ਨੂੰ ਨੂੰਹਾਂ ਬਣਦੀਆਂ ਹਨ। ਜੇ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਦੀ ਇੱਜ਼ਤ ਅਤੇ ਸੇਵਾ ਕਰਦਿਆਂ ਵੇਖਿਆ ਹੈ, ਤਾਂ ਘੱਟੋ ਘੱਟ ਉਹ ਆਪਣੇ ਬਿਰਧ ਹੁੰਦੇ ਮਾਪਿਆਂ ਨੂੰ ਮੂੰਹ 'ਤੇ ਥੱਪੜ ਚਪੇੜਾਂ ਜਾਂ ਘਸੁੰਨ ਮੁੱਕਿਆਂ ਦਾ ਪ੍ਰਸਾਦ ਨਹੀਂ ਦੇਣਗੇ। ਦੂਜੇ ਨੰਬਰ 'ਤੇ ਆਪਣੇ ਵੱਡਿਆਂ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਣਾ ਉਹਨਾਂ ਦੇ ਆਪਣੇ ਬੱਚਿਆਂ ਦੇ ਮਨਾਂ ਵਿੱਚ ਕੋਮਲਤਾ ਦਾ ਅਹਿਸਾਸ ਯਕੀਨਨ ਪੈਦਾ ਕਰੇਗਾ। ਤੀਜੇ ਨੰਬਰ ਉੱਤੇ ਜੇ ਮਾਪਿਆਂ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਦਿਆਂ ਹੋਇਆਂ, ਖਾਸ ਕਰਕੇ ਟੱਟੀ ਪਿਸ਼ਾਬ ਦੀ ਸੇਵਾ, ਆਪਣੇ ਬੱਚਿਆਂ ਤੋਂ ਵੀ ਕੁਝ ਮਦਦ ਲਈ ਹੋਵੇ, ਤਾਂ ਵੱਡੇ ਹੋ ਕੇ ਉਹਨਾਂ ਨੂੰ ਆਪਣੇ ਮਾਪਿਆਂ ਦੀ ਸੇਵਾ ਕਰਦਿਆਂ ਖਿਝ ਜਾਂ ਅਲਕਸ਼ ਨਹੀਂ ਆਵੇਗੀ। ਠੀਕ ਉਵੇਂ ਹੀ ਜਿਵੇਂ ਜਾਪਾਨ ਦੇਸ਼ ਵਿੱਚ ਬੱਚਿਆਂ ਨੂੰ ਸਕੂਲ ਦੀਆਂ ਕਲਾਸਾਂ ਤੋਂ ਹੀ, ਜਮਾਤਾਂ ਤੋਂ ਹੀ ਅਤੇ ਬਾਥਰੂਮਾਂ ਦੀ ਸਫਾਈਆਂ ਕਰਾਉਣ ਦੀ ਆਦਤ ਪਾ ਕੇ ਉਹਨਾਂ ਨੂੰ ਸਾਰੀ ਉਮਰ ਸਫਾਈ ਸੁਥਰਾਈ ਦੀ ਆਦਤ ਪਾ ਦਿੱਤੀ ਜਾਂਦੀ ਹੈ। ਚੌਥੇ ਨੰਬਰ ਉੱਤੇ ਜਿਸ ਘਰ ਵਿੱਚ ਇੱਕ ਪੁੱਤਰ ਅਤੇ ਇੱਕ ਧੀ ਜਾਂ ਦੋ ਧੀਆਂ ਦੀ ਦਾਤ ਹੈ, ਤਾਂ ਸਾਰੇ ਬੱਚਿਆਂ ਦੇ ਮਨਾਂ ਵਿੱਚ ਬਚਪਨ ਵਿੱਚ ਹੀ
ਬਰਾਬਰੀ ਦੇ ਅਹਿਸਾਸ ਭਰੇ ਜਾਣ। ਖਾਸ ਕਰਕੇ ਪੁੱਤਰਾਂ ਦੇ ਮਨਾਂ ਵਿੱਚ ਕਿ ਉਸ ਦੀ ਭੈਣ ਦਾ ਜਨਮ ਵੀ ਉਸੇ ਪਰਿਵਾਰ ਵਿੱਚ ਹੋਇਆ ਹੈ ਅਤੇ ਜੋ ਕੁਝ ਮਾਪਿਆਂ ਦਾ ਹੈ, ਦੋਵੇਂ ਜਾਂ ਤਿੰਨੇ ਬੱਚੇ ਮਾਪਿਆਂ ਦੀ ਹਰ ਚੀਜ਼ ਦੇ ਬਰਾਬਰ ਦੇ ਹੱਕਦਾਰ ਹਨ। ਇੱਥੇ ਮੈਂ ਇਹ ਕਹਿਣਾ ਚਾਹਾਂਗੀ ਕਿ ਧੀਆਂ ਪੁੱਤਰਾਂ ਦੇ ਵਿਆਹਾਂ ਦੀਆਂ ਬੇਲੋੜੀਆਂ ਰਸਮਾਂ ਉੱਤੇ ਨਜਾਇਜ਼ ਖਰਚੇ ਕਰਨ ਦੀ ਬਜਾਏ ਉਹਨਾਂ ਨੂੰ ਪੜ੍ਹਾਉਣ, ਲਿਖਾਉਣ ਅਤੇ ਕਾਬਲ ਬਣਾਉਣ ਉੱਤੇ ਪੈਸਾ ਖਰਚ ਕਰਨਾ ਚਾਹੀਦਾ ਹੈ, ਕਿਉਂਕਿ ਧੀਆਂ ਦੇ ਵਿਆਹਾਂ ਉੱਤੇ ਬੇਲੋੜਾ ਅਤੇ ਧੁਆਂਧਾਰ ਕੀਤਾ ਖਰਚਾ ਧੀਆਂ ਨੂੰ ਮਾਪਿਆਂ ਉੱਤੇ ਭਾਰ ਹੋਣ ਦਾ ਅਹਿਸਾਸ ਲਿਆਉਂਦਾ ਹੈ। ਬੇਲੋੜੇ ਮਹਿਮਾਨਾਂ ਉੱਤੇ ਖਰਚਾ ਕਰਨ ਦੀ ਬਜਾਏ ਜੇ ਧੀਆਂ ਨੂੰ ਇੱਕ ਰਕਮ ਰਾਸ਼ੀ ਸੌਂਪ ਦਿੱਤੀ ਜਾਵੇ ਤਾਂ ਭਰਾਵਾਂ ਨੂੰ ਵੀ ਭੈਣਾਂ ਦੇ ਵਿਆਹਾਂ 'ਤੇ ਕੀਤੇ ਜਾਂਦੇ ਜਾਇਜ਼ ਖਰਚਿਆਂ ਦਾ ਚਾਅ ਹੋਵੇ ਅਤੇ ਧੀ ਲਈ ਇੱਕ ਨਿਸ਼ਚਿਤ ਕੀਤੀ ਹੋਈ ਰਾਸ਼ੀ ਉਸ ਦੇ ਲੋੜ ਦੇ ਸਮੇਂ ਕੰਮ ਆ ਸਕੇ। ਬੇਸ਼ੱਕ ਰਸਮਾਂ ਵੀ ਜ਼ਰੂਰੀ ਹਨ, ਪਰ ਇਹਨਾਂ ਨੂੰ 8-10 ਫੰਕਸ਼ਨਾਂ ਵਿੱਚ ਵੰਡਣ ਦੀ ਬਜਾਏ 1-2 ਦਿਨਾਂ ਵਿੱਚ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਨੇੜੇ ਦੇ ਅਤੇ ਜ਼ਰੂਰੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਨਾਲ ਹੀ ਮਾਣਿਆ ਜਾ ਸਕਦਾ ਹੈ, ਬਜਾਏ ਕਿ ਲੰਮੀਆਂ ਚੌੜੀਆਂ ਬਰਾਤਾਂ ਦੇ ਢਕੌਂਸਲੇ ਕਰਕੇ ਬੱਚਿਆਂ ਦੇ ਵਿਆਹ ਕੀਤੇ ਜਾਣ। ਬਲਕਿ ਮੁੰਡੇ ਕੁੜੀ ਵਾਲਿਆਂ ਨੂੰ ਬਰਾਬਰ ਦਾ ਖਰਚਾ ਕਰਕੇ 1-2 ਦਿਨਾਂ ਵਿੱਚ ਹੀ ਸਾਰੀਆਂ ਰਸਮਾਂ ਪੁਗਾ ਕੇ ਵਿਆਹ ਦੇ ਬੇਲੋੜੇ ਖਰਚੇ ਘੱਟ ਕਰਕੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਸ਼ੁਭ ਇੱਛਾਵਾਂ ਦੇ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਰਸਤੇ ਉੱਤੇ ਤੋਰ ਦੇਣਾ ਚਾਹੀਦਾ ਹੈ, ਤਾਂ ਕਿ ਜਮ੍ਹਾਂ ਪੂੰਜੀ ਬਚਾ ਕੇ ਸਾਰੇ ਭਰਾਵਾਂ ਨੂੰ, ਚਾਹੇ ਉਹ ਮੁੰਡਾ ਹੋਵੇ ਜਾਂ ਕੁੜੀ, ਬਰਾਬਰ ਦੀ ਵੰਡ ਕੀਤੀ ਜਾ ਸਕੇ। ਜਿੱਥੋਂ ਤੱਕ ਘਰ ਦਾ ਸਵਾਲ ਹੈ, ਉਹ ਜ਼ਰੂਰ ਮੁੰਡਿਆਂ ਦੇ ਹੱਕ ਵਿੱਚ ਰਹਿਣ ਦੇਣਾ ਚਾਹੀਦਾ ਹੈ, ਕਿਉਂਕਿ ਕੁੜੀਆਂ ਨੂੰ ਘਰ ਤਾਂ ਅਗਲੇ ਘਰੋਂ ਮਿਲ ਹੀ ਜਾਵੇਗਾ। ਜਮ੍ਹਾਂ ਪੂੰਜੀ ਨੂੰ ਵੀ ਮਾਪੇ ਆਪਣੇ ਜਿਉਂਦੇ ਜੀਅ ਆਪਣੇ ਕੋਲ ਹੀ ਰੱਖਣ, ਪਰ ਜਿਉਂਦੇ ਜੀਅ ਇਸ ਦੀ ਵੰਡ ਦੀ ਸੂਚਨਾ ਆਪਣੇ ਬੱਚਿਆਂ ਨੂੰ ਜ਼ਰੂਰ ਦੇਣ, ਤਾਂ ਕਿ ਦੋਹਾਂ ਵਿੱਚੋਂ ਕਿਸੇ ਇੱਕ ਪਾਰਟਨਰ ਦੇ ਜਿਉਣ ਤੋਂ ਬਾਅਦ ਜਾਂ ਪਤੀ ਪਤਨੀ ਦੋਹਾਂ ਵਿੱਚੋਂ ਕਿਸੇ ਦੇ ਇੱਕ ਵੀ ਜਿੰਦਾ ਨਾ ਰਹਿਣ ਉੱਤੇ ਜਾਇਦਾਦ ਅਤੇ ਪੈਸੇ ਦਾ ਬਟਵਾਰਾ ਭਰਾਵਾਂ ਜਾਂ ਭੈਣ ਭਰਾ ਦੇ ਰਿਸ਼ਤੇ ਨੂੰ ਤਾਰ-ਤਾਰ ਨਾ ਕਰ ਸਕੇ। ਮੈਂ ਬਹੁਤ ਸਾਰੇ ਇਹੋ ਜਿਹੇ ਮਾਂ-ਬਾਪ ਵੇਖੇ ਹਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਪੂੰਜੀ ਦੀ ਵੰਡ ਦੀ ਕੋਈ ਸੂਚਨਾ ਨਹੀਂ ਦਿੱਤੀ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਘਰ ਦੀ ਇੱਟ ਨਾਲ ਇੱਟ ਖੜਕ ਗਈ, ਜਾਂ ਭੈਣ ਭਰਾ ਇੱਕ ਦੂਜੇ ਦੀ ਸ਼ਕਲ ਵੇਖਣ ਨੂੰ ਤਿਆਰ ਨਹੀਂ ਹਨ ਅਤੇ ਕੋਰਟ ਕਚਹਿਰੀਆਂ ਵਿੱਚ ਉਹਨਾਂ ਦੀਆਂ ਪੁਸ਼ਤਾਂ ਦੀਆਂ ਜੁੱਤੀਆਂ ਘਸ ਜਾਂਦੀਆਂ ਹਨ ਅਤੇ ਜਾਂ ਫਿਰ ਪ੍ਰਿੰਸੀਪਲ ਮੈਡਮ ਦੀ ਤਰ੍ਹਾਂ ਕਿਸੇ ਇੱਕ ਪਾਰਟਨਰ ਦੇ ਅਚਾਨਕ ਤੁਰ ਜਾਣ 'ਤੇ ਦੁਰਗਤੀ ਹੁੰਦੀ ਹੈ। ਪੁੱਤਰ ਉਸ ਨਾਲ ਦੁਰਵਿਹਾਰ ਤਾਂ ਕਰਦਾ ਹੀ ਰਿਹਾ ਕਿ ਕਿਧਰੇ ਮਾਂ ਪੈਸਾ ਧੀ ਨੂੰ ਨਾ ਦੇ ਦੇਵੇ। ਜੇ ਪੈਸੇ ਅਤੇ ਜਾਇਦਾਦ ਦੀ ਵੰਡਾਈ ਦੇ ਫੈਸਲੇ ਸਮਾਂ ਰਹਿੰਦੇ ਹੀ ਕਰ ਲਏ ਜਾਣ ਅਤੇ ਬੱਚਿਆਂ ਨੂੰ ਪਹਿਲਾਂ ਹੀ ਇਸ ਗੱਲ ਦੀ ਜਾਣਕਾਰੀ ਹੋਵੇ, ਤਾਂ ਮਾਪੇ ਆਪਣੇ ਜਿਉਂਦੇ ਜੀਅ ਬੱਚਿਆਂ ਦੇ ਕਲੇਸ਼ ਨਹੀਂ ਵੇਖਣਗੇ ਅਤੇ ਨਾ ਹੀ ਉਹਨਾਂ ਹੱਥੋਂ ਜਲੀਲ ਹੋਣਗੇ ਜਾਂ ਕੁੱਟਾਂ ਖਾਣਗੇ। ਅਤੇ ਮਾਪਿਆਂ ਦੇ ਜਾਣ ਤੋਂ ਬਾਅਦ ਭੈਣ ਭਰਾਵਾਂ ਨੇ ਆਪਸ ਵਿੱਚ ਜੋ ਵਤੀਰਾ ਰੱਖਣਾ ਹੈ, ਉਹ ਮਾਪਿਆਂ ਨੂੰ ਜੀਂਦੇ ਜੀਅ ਹੀ
ਪਤਾ ਲੱਗ ਜਾਵੇ, ਨਾ ਕਿ ਬਾਅਦ ਵਿੱਚ ਰਿਸ਼ਤੇ ਜੁੱਤੀਓਂ ਜੁੱਤੀ ਹੁੰਦੇ ਫਿਰਨ। ਮਾਪੇ ਆਪਣੀ ਜ਼ਿੰਦਗੀ ਵਿੱਚ ਤਾਂ ਆਪਣੇ ਪਰਿਵਾਰ ਦਾ ਜਗਤ ਤਮਾਸ਼ਾ ਬਣਨ ਤੋਂ ਬਚਾ ਲੈਂਦੇ ਹਨ, ਪਰ ਉਹਨਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਨਤੀਜੇ ਜ਼ਿਆਦਾ ਭਿਆਨਕ ਨਿਕਲਦੇ ਹਨ। ਅੱਜ ਦੇ ਹਾਲਾਤਾਂ ਵਿੱਚ 50-55 ਸਾਲ ਦੀ ਉਮਰ ਵਿੱਚ ਹੀ ਵਸੀਅਤ ਕਰ ਦੇਣੀ ਚਾਹੀਦੀ ਹੈ। ਮੇਰੀ ਇੱਕ ਸਹੇਲੀ ਦੇ ਪਿਤਾ ਦੀ 52 ਸਾਲ ਦੀ ਉਮਰ ਵਿੱਚ ਅਚਾਨਕ ਐਕਸੀਡੈਂਟ ਵਿੱਚ ਮੌਤ ਹੋ ਗਈ। ਉਹਨਾਂ ਦਾ ਕੋਈ ਬੇਟਾ ਨਹੀਂ ਸੀ। ਉਹਨਾਂ ਨੇ ਆਪਣੀ ਸਾਂਝੀ ਲੰਬੀ ਚੌੜੀ ਜਾਇਦਾਦ ਦੀ ਸਟੀਕ ਜਾਣਕਾਰੀ ਆਪਣੀ 4 ਧੀਆਂ ਨੂੰ ਨਹੀਂ ਸੀ ਦਿੱਤੀ। ਉਹਨਾਂ ਦੇ ਅਚਾਨਕ ਜਾਣ ਤੋਂ ਬਾਅਦ ਮੇਰੀ ਸਹੇਲੀ ਨੂੰ ਜਵਾਨੀ ਦੀ ਉਮਰ ਤੋਂ ਲੈ ਕੇ ਹੁਣ ਤੱਕ ਕਚਹਿਰੀਆਂ ਦਾ ਮੂੰਹ ਵੇਖਣਾ ਪੈ ਰਿਹਾ ਹੈ। ਸੋ ਸਿਆਣਪ ਇਸ ਵਿੱਚ ਹੀ ਇੱਕ ਹੈ ਕਿ ਆਪਣੀ ਚੱਲ ਅਚਲ ਪੂੰਜੀ ਦੇ ਫੈਸਲੇ ਜ਼ਿੰਦਗੀ ਵੀ ਦੇ ਨਾਲ ਨਾਲ ਹੀ ਕਰ ਲਏ ਜਾਣ ਅਤੇ ਸਮਾਂ ਰਹਿੰਦੇ ਹੀ ਇਸ ਦੀ ਸੂਚਨਾ ਆਪਣੇ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਰਹੇ। ਜੇ ਕੋਈ ਔਲਾਦ ਆਪਣੇ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੈ ਜਾਂ ਮਾਪਿਆਂ ਦੀ ਇੱਜ਼ਤ ਨਹੀਂ ਕਰਦੀ ਤਾਂ ਉਸ ਲਈ ਕੋਈ ਠੋਸ ਫੈਸਲਾ ਲਿਆ ਜਾ ਸਕਦਾ ਹੈ, ਪਰ ਇੱਥੇ ਵੀ ਮੇਰੀ ਇਹ ਸੋਚ ਹੈ ਕਿ ਆਪਣੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਹਿੱਸਾ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਫਿਰ ਭਾਵੇਂ ਉਹ ਪਰਿਵਾਰ ਵਿੱਚ ਰਹਿਣਾ ਚਾਹੇ ਜਾਂ ਬਾਹਰ। ਇਹ ਉਸਦੀ ਕਿਸਮਤ ਉੱਤੇ ਛੱਡ ਦੇਣਾ ਚਾਹੀਦਾ ਹੈ। ਜੇ ਔਲਾਦ ਨੂੰ ਜਨਮ ਦਿੱਤਾ ਹੈ ਤਾਂ ਇੰਨੀ ਜ਼ਿੰਮੇਵਾਰੀ ਤਾਂ ਬਣਦੀ ਹੀ ਹੈ। ਤੁਹਾਨੂੰ ਸਾਡੀ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਦੱਸਣਾ ਜੀ।